ਦਾਤਾਰ ਪਾਤਸ਼ਾਹ ਜੀ ਵਾਰ-ਵਾਰ ਗੱਲ ਕਰਦੇ ਨੇ, ਕਹਿੰਦੇ ਜਦੋਂ ਮਨੁੱਖ ਨੂੰ ਜੁਗਤ ਆ ਗਈ ਨਾ, ਜ਼ਿੰਦਗੀ ਜਿਉਣ ਦੀ ਜੁਗਤ ਆ ਗਈ, ਜਦੋਂ ਮਨੁੱਖ ਨੇ ਜ਼ਿੰਦਗੀ ਜਿਉਣ ਦੀ ਜੁਗਤ ਸਿੱਖ ਲਈ, ਜਾਚ ਸਿੱਖ ਲਈ, ਕਹਿੰਦੇ ਫਿਰ ਮਨੁੱਖ ਨੂੰ ਕਦੀ ਦੁੱਖ ਨਹੀਂ ਆ ਕੇ ਚਿੰਬੜੇਗਾ, ਕਦੀ ਮੁੱਖ ਤੰਗ ਨਹੀਂ ਹੋਵੇਗਾ, ਕਦੀ ਮਨੁੱਖ ਦੁਖੀ ਨਹੀਂ ਹੋਵੇਗਾ, ਕਿਉਂਕਿ ਮਨੁੱਖ ਨੂੰ ਜ਼ਿੰਦਗੀ ਜਿਉਣ ਦੀ ਜੁਗਤ ਨਹੀਂ ਆਈ। ਬੰਦਾ ਇਸ ਸੰਸਾਰ ਦੇ ਵਿੱਚ, ਇਸ ਜਗਤ ਦੇ ਵਿੱਚ ਇੱਕ ਮੁਸਾਫਰ ਦੀ ਤਰ੍ਹਾਂ ਆਇਆ ਏ। ਪਤਾ ਹੈ ਆਪਾਂ ਸਾਰਿਆਂ ਨੂੰ ਕਿ ਇੱਕ ਦਿਨ ਆਏ ਆ ਤੇ ਜਾਣਾ ਵੀ ਜ਼ਰੂਰ ਹੈ, ਪਰ ਉਹ ਮੁਸਾਫਰ ਇਸ ਜਗਤ ਨੂੰ ਸੱਚ ਮੰਨ ਕੇ, ਇਸ ਜਗਤ ਨੂੰ ਇਹ ਗੱਲ ਸਮਝ ਕੇ ਕਿ ਮੈਂ ਸਦਾ ਇੱਥੇ ਰਹਿਣਾ ਏ, ਉਹ ਫਿਰ ਸੰਸਾਰ ਤੇ ਕੰਮ ਕਰਨਾ ਚਾਲੂ ਕਰ ਦਿੰਦਾ ਹੈ, ਪੈਸੇ ਇਕੱਠੇ ਕਰਨੇ ਚਾਲੂ ਕਰ ਦਿੰਦਾ ਹੈ। ਪਰ ਉਹ ਮੁਸਾਫਰ ਨੂੰ ਨਹੀਂ ਪਤਾ ਕਿ ਮੈਂ ਆਇਆ ਤੇ ਮੈਂ ਇੱਕ ਦਿਨ ਚਲੇ ਵੀ ਜਾਣਾ ਇਸ ਸੰਸਾਰ ਤੋਂ, ਕਿਉਂਕਿ ਆਪਣਾ ਪ੍ਰਬੰਧ ਕਰਨਾ ਚਾਲੂ ਕਰ ਦਿੰਦਾ ਹੈ ਕਿ ਮੈਂ ਜਿਸ ਕੰਮ ਲਈ ਆਇਆ, ਮੈਂ ਰੋਜੀ ਰੋਟੀ ਦੇ ਲਈ, ਬੱਚਿਆਂ ਦੇ ਲਈ, ਘਰ ਦੇ ਲਈ ਮੈਂ ਕੰਮ ਕਰਾਂ। ਪਰ ਜਦੋਂ ਆਪਾਂ ਤਵੱਜੋ ਦੇ ਕੇ ਗੁਰਬਾਣੀ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ, ਗੁਰਬਾਣੀ ਦਾ ਬੋਲ ਹੈ, ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕਹਿੰਦੇ ਜਿਹੜੀ ਚੀਜ਼ ਉਪਜੀ ਉਹ ਚੀਜ਼ ਨੇ ਇੱਕ ਦਿਨ ਵਿਣਸ ਜਾਣਾ ਹੈ, ਕਿਉਂਕਿ ਬੰਦਾ ਮੁਸਾਫਿਰ ਬਣ ਕੇ ਸੰਸਾਰ 'ਤੇ ਆਇਆ ਹੈ, ਇਸੇ ਤਰ੍ਹਾਂ ਮਨੁੱਖ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ। ਪਰ ਜਿੰਨਾ ਚਿਰ ਸੰਸਾਰ 'ਤੇ ਰਹਿਣਾ ਹੈ, ਉਨਾ ਚਿਰ ਉਹ ਜ਼ਿੰਦਗੀ ਨੂੰ ਜੁਗਤ ਦੇ ਨਾਲ ਜਿਉਣ ਦਾ ਯਤਨ ਕਰੀਏ ਕਿ ਜ਼ਿੰਦਗੀ ਜੁਗਤ ਨਾਲ ਕਿੱਦਾਂ ਜਿਉਈ ਜਾ ਸਕਦੀ ਹੈ, ਕਿਉਂਕਿ ਰਹਿਣਾ ਤੇ ਕਿਸੇ ਨੇ, ਨਾ ਮੈਂ ਰਹਿਣਾ ਨਾ ਤੁਸੀਂ ਰਹਿਣਾ, ਆਪਾਂ ਸਾਰੇ ਮੁਸਾਫਿਰ ਦੀ ਤਰ੍ਹਾਂ ਆਏ, ਇੱਕ ਦਿਨ ਚਲੇ ਜਾਣਾ ਹੈ। ਪਰ ਕੋਸ਼ਿਸ਼ ਇਹ ਹੈ ਨਾ ਕਿ ਜਿੰਨੇ ਦਿਨ ਆਪਾਂ, ਜਿੰਨਾ ਸਮਾਂ ਸੰਸਾਰ 'ਤੇ ਬਤੀਤ ਕਰੀਏ, ਜਿਉਈਏ, ਉਸ ਸਮੇਂ ਨੂੰ ਇੱਕ ਜ਼ਿੰਦਗੀ ਦੀ ਜੁਗਤ ਦੇ ਨਾਲ ਜਿਉਣ ਦਾ ਯਤਨ ਕਰੀਏ ਕਿ ਜੁਗਤ ਕੀ ਕਹਿੰਦੀ ਹੈ ਜ਼ਿੰਦਗੀ ਦੀ, ਕਿ ਮੈਂ ਜੁਗਤ ਜ਼ਿੰਦਗੀ ਕਿੱਦਾਂ ਜਿਉ ਸਕਾਂ, ਜੁਗਤੀ ਕੀ ਹੈ ਜ਼ਿੰਦਗੀ ਜਿਉਣ ਦੀ। ਕਹਿੰਦੇ ਤੂੰ ਕਿਤੇ ਦੂਰ ਨਾ ਜਾ, ਕਹਿੰਦੇ ਤੂੰ ਇੱਕ ਮਹਿਮਾਨ ਜਾਂ ਇੱਕ ਰਿਸ਼ਤੇਦਾਰ ਦੇ ਕੋਲੋਂ ਸਿੱਖ। ਕਹਿੰਦੇ ਇੱਕ ਰਿਸ਼ਤੇਦਾਰ ਦੇ ਵਿੱਚ 5 ਗੁਣ ਹੁੰਦੇ ਨੇ, ਹੈਗੇ ਜਾਂ ਨਹੀਂ ਹੈਗੇ। ਇੱਕ ਉਦਾਹਰਨ ਵਰਤੀ ਅੱਜ, ਇਹ ਨਾ ਕਿਉਂ ਕਿ ਕਈ ਰਿਸ਼ਤੇਦਾਰ ਜਿਨ੍ਹਾਂ ਕੋਈ ਗੁਣ ਨਹੀਂ ਹੋਣੇ, ਪਰ ਕਈ ਹੈਗੇ ਜਿਨ੍ਹਾਂ ਦੇ ਕੋਲ ਹੈਗੇ ਨੇ, ਪਰ ਇਹ ਨਾ ਕਿਉਂ ਰਿਸ਼ਤੇਦਾਰ ਤੂੰ ਸਿੱਖ ਲੈ ਤੂੰ ਕਿ ਜ਼ਿੰਦਗੀ ਦਾ ਕੀ ਤਰੀਕਾ ਹੈ। ਉਹਨੇ 5 ਗੁਣ ਬਖਸ਼ਿਸ਼ ਕੀਤੇ ਨੇ, ਮਾਲਕ ਕਿਰਪਾ ਕਰਦੇ ਨੇ। ਕਹਿੰਦੇ ਮਹਿਮਾਨ ਦਾ ਜਾਂ ਰਿਸ਼ਤੇਦਾਰ ਦਾ ਪਹਿਲਾ ਗੁਣ ਇਹ ਹੁੰਦਾ ਹੈ, ਉਹਨੂੰ ਜੋ ਕੁਝ ਸੰਸਾਰ ਵੱਲੋਂ ਮਿਲਿਆ ਹੈ, ਜੋ ਉਹ ਕੰਮ ਕਰ ਰਿਹਾ ਹੈ, ਉਹ ਅਮਾਨਤ ਹੈ, ਕਿ ਮੇਰੀ ਅਮਾਨਤ ਹੈ, ਮੇਰੇ ਕੋਲ ਇਹ ਸਮਾਨ ਹੈ। ਕਹਿੰਦਾ ਮੈਂ ਅਮਾਨਤ ਨੂੰ ਖੁਮਾਨਤ ਨਹੀਂ ਬਣਾਉਣਾ ਚਾਹੁੰਦਾ ਕਿ ਮੈਂ ਇਹ ਗੱਲ ਕਹਾਂ ਜੋ ਮੈਨੂੰ ਅਮਾਨਤ ਮਿਲੀ ਹੈ ਮੇਰੀ ਹੈ, ਮੇਰੇ ਕੋਲ ਰਹਿਣੀ ਹੈ ਸਦਾ। ਕਹਿੰਦਾ ਭਾਵੇਂ ਘਰ ਹੋਵੇ, ਭਾਵੇਂ ਜਾਇਦਾਦ ਹੋਵੇ, ਭਾਵੇਂ ਪਰਿਵਾਰ ਹੋਵੇ, ਭਾਵੇਂ ਧੀਆਂ ਪੁੱਤਰ ਹੋਣ, ਭਾਵੇਂ ਕਾਰੋਬਾਰ ਹੋਵੇ, ਕਹਿੰਦਾ ਸਾਰੀ ਅਮਾਨਤ ਹੈ। ਕਹਿੰਦਾ ਮੇਰਾ, ਕਹਿੰਦੇ ਸਾਰੀ ਕੁਝ ਇਮਾਨਤ ਹੈ, ਇਹ ਇਮਾਨਤ ਦਾ ਪਤਾ ਨਹੀਂ ਹੈ, ਮੈਂ ਇਹਨੂੰ ਖੁਮਾਨਤ ਨਹੀਂ ਬਣਾਉਣਾ ਚਾਹੁੰਦਾ। ਮੇਰਾ ਨਹੀਂ ਪਤਾ ਕਿ ਮੈਂ ਇਸ ਸੰਸਾਰ 'ਤੇ ਰਿਸ਼ਤੇਦਾਰ ਦੀ ਨਿਆਇਤ ਕਿਸ ਦੇ ਘਰੇ ਆਇਆ ਵਾਂ, ਚੰਦ ਘੜੀਆਂ ਬਵਾਂਗਾ ਜਾਂ ਇੱਕ ਦਿਨ ਰਵਾਂਗਾ, 2 ਦਿਨ ਰਵਾਂਗਾ, ਮੈਂ ਇਸ ਸੰਸਾਰ ਤੋਂ ਫਿਰ ਆਪਣੇ ਘਰ ਚਲੇ ਜਾਣਾ ਹੈ। ਕਹਿੰਦੇ ਇਹ ਸਿੱਖ ਜੁਗਤ, ਕਿ ਜਿੱਦਾਂ ਇੱਕ ਰਿਸ਼ਤੇਦਾਰ ਕੋਲੋਂ ਸਿੱਖ ਲੈ, ਤੇਰੇ ਘਰ ਰਿਸ਼ਤੇਦਾਰ ਆਇਆ ਇੱਕ, ਉਹ 2 ਘੰਟੇ ਬੈਠਾ, 4 ਘੰਟੇ ਬਹਿ, 1 ਰਾਤ ਰਿਹਾ, ਆਖਰ ਨੂੰ ਉਹਨੂੰ ਆਪਣੇ ਘਰ ਜਾਣਾ ਪਿਆ ਹੈ। ਕਹਿੰਦੇ ਤੂੰ ਇਸ ਸੰਸਾਰ 'ਤੇ ਇੱਕ ਮੁਸਾਫਿਰ ਬਣ ਕੇ ਆਇਆ ਏ, ਇਹ ਗੱਲ ਚੇਤੇ ਰੱਖੀ ਕਿ ਇੱਕ ਦਿਨ ਤੂੰ ਇਸ ਸੰਸਾਰ ਤੋਂ, ਲੋਕ ਤੋਂ ਪਰਲੋਕ ਵੱਲ ਚਲੇ ਜਾਣਾ ਹੈ। ਜਦੋਂ ਗੁਰਬਾਣੀ ਪੜ੍ਹਦੇ ਹਾਂ ਬੋਲ ਮਿਲਦਾ ਹੈ, ਕਹਿੰਦੀ 3 ਸੇਰ ਕਾ ਦਿਹਾੜੀ ਮਹਿਮਾਨ, ਅਵਰ ਵਸਤ ਤੁਝ ਪਾਹੇ ਅਮਾਨ। ਕਹਿੰਦੇ 3 ਦਿਹਾੜੀਆਂ ਦਾ ਜਿਹੜਾ ਰਿਸ਼ਤੇਦਾਰ ਹੁੰਦਾ ਹੈ, ਹਾਦੋ ਮਹਿਮਾਨ ਹੁੰਦਾ, ਇੱਕ ਦਿਨ ਫਿਰ ਉਹ ਆਪਣੇ ਘਰੇ ਚਲਾ ਜਾਂਦਾ ਹੈ। ਕਹਿੰਦੇ ਇਹ ਪਹਿਲਾ ਗੁਣ ਹੈ ਮਹਿਮਾਨ ਦੇ ਵਿੱਚ ਜਾਂ ਰਿਸ਼ਤੇਦਾਰ ਦੇ ਵਿੱਚ। ਦੂਜੇ ਗੁਣ ਦੀ ਗੱਲ ਕੀਤੀ, ਕਹਿੰਦੇ ਦੂਜੀ ਜਿਹੜੀ ਉਹਦੇ ਵਿੱਚ ਗੁਣ ਹੈ ਜਾਂ ਦੂਜੀ ਖੂਬੀ ਹੈ ਜਿਹੜੀ ਰਿਸ਼ਤੇਦਾਰ ਦੇ ਵਿੱਚ, ਜਿਹੜੀ ਮਹਿਮਾਨ ਦੇ ਵਿੱਚ, ਕਹਿੰਦੇ ਉਹ ਪਤਾ ਕੀ ਹੈ। ਦੂਜਾ ਗੁਣ ਉਹਦੇ ਵਿੱਚ ਇਹ ਹੈ, ਕਹਿੰਦੇ ਕਦੀ ਵੀ ਉਹ ਆਪਣੇ ਅੰਦਰ ਈਰਖਾ ਨਹੀਂ ਰੱਖਦਾ, ਝਗੜੇ ਨਹੀਂ ਕਰਦਾ, ਕਦੀ ਕਿਸੇ ਨਾਲ ਵੈਰ ਭਾਵਨਾ ਦੇ ਨਾਲ ਨਹੀਂ ਪੇਸ਼ ਆਉਂਦਾ। ਕਹਿੰਦੇ ਉਹਨੂੰ ਪਤਾ ਹੈ ਕਿ ਮੈਂ ਵੀ ਸੰਸਾਰ 'ਤੇ ਰਹਿਣਾ, ਜਿਹਦੇ ਨਾਲ ਈਰਖਾ ਕਰਾਂਗਾ ਉਹਨੇ ਵੀ ਸੰਸਾਰ 'ਤੇ ਰਹਿਣਾ ਹੈ। ਅੱਜ ਮਨ ਲਾ ਕੇ ਮੈਂ ਅੱਜ ਗਵਾਂਢੀ ਨਾਲ ਲੜ ਪਵਾਂ,
ਜੇ ਕੱਲ੍ਹ ਨੂੰ ਗਵਾਂਢੀ ਨੇ ਮੇਰੇ ਗਵਾਂਢ ਹੀ ਰਹਿਣਾ, ਗਵਾਂਢੀ ਨੇ ਜਗ੍ਹਾ ਵੇਚ ਕੇ ਥੋੜ੍ਹੇ ਜਾਣਾ ਏ। ਇਹ 'ਚ ਕਮੀ ਸਾਡੇ ਆਪਣੇ ਵਿੱਚ ਹੈ ਨਾ ਕਿ ਅਸੀਂ ਆਪਣੀ ਆਪ ਬਣ ਆਉਣੀ ਚਾਹੀਦੀ ਸਾਡੀ ਦੂਜੇ ਨਾਲ। ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣੀ ਆਈ। ਕਹਿੰਦੇ ਸਾਡੀ ਹਰ ਇੱਕ ਨਾਲ ਬਣ ਆ ਜਾਣੀ ਚਾਹੀਦੀ ਹੈ ਮਾਲਕਾ। ਦਾਤਾਰ ਪਾਤਸ਼ਾਹ ਕਿਰਪਾ ਕਰਦੇ ਨੇ, ਕਹਿੰਦੇ ਸਦਾ ਇਸ ਸੰਸਾਰ 'ਤੇ ਰਹਿਣਾ ਹੈ, ਇਸ ਸੰਸਾਰ 'ਤੇ ਰਹਿ ਕੇ ਜ਼ਿੰਦਗੀ ਜਿਉਣੀ ਹੈ। ਅਤੇ ਮੈਂ ਕਿਉਂ ਚਾਹਾਂ ਕਿ ਮੇਰੀ ਕਿਸੇ ਨਾਲ ਈਰਖਾ ਹੋਵੇ, ਮੈਂ ਕਿਉਂ ਚਾਹਾਂ ਮੇਰੇ ਮੂੰਹ 'ਚੋਂ ਕਿਸੇ ਲਈ ਗਲਤ ਬੋਲ ਨਿਕਲਣ। ਕਹਿੰਦੇ ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰਵ ਹੰਡੀਐ, ਮੰਦਾ ਕਿਸ ਨੂੰ ਆਖੀਏ ਪੜ ਅੱਖਰ ਇਹੋ ਬੁੱਝੀਏ, ਮੂਰਖੇ ਨਾਲ ਨਾ ਲੁੱਝੀਏ। ਕਹਿੰਦੇ ਸੰਸਾਰ 'ਤੇ ਰਹਿਣਾ, ਜਾਂ ਰਹਿਣਾ ਨਾ ਹੀ ਐਤ ਜਗ ਤਾਂ ਕਾਇਤ ਗਾਰਵ ਹੰਡੀਐ। ਕਹਿੰਦੇ ਸੰਸਾਰ 'ਤੇ ਸਦਾ ਰਹਿਣਾ ਹੈ। ਤੀਜੇ ਗੁਣ ਦੀ ਗੱਲ ਕੀਤੀ ਇੱਕ ਰਿਸ਼ਤੇਦਾਰ ਦੇ ਵਿੱਚ। ਕਹਿੰਦੇ ਤੀਜਾ ਗੁਣ ਉਹਦੇ ਵਿੱਚ ਇਹ ਹੈ ਕਿ ਉਹ ਹਰ ਇੱਕ ਨਾਲ ਨੂੰ ਚੰਗਾ ਸਮਝਦਾ ਹੈ। ਅਤੇ ਉਹ ਜਿਹੜੀ ਜਗ੍ਹਾ 'ਤੇ ਜਾਂਦਾ ਹੈ ਨਾ ਕਿਸੇ ਰਿਸ਼ਤੇਦਾਰੀ 'ਚ, ਉਹਨੂੰ ਇਹ ਪਤਾ ਹੈ ਕਿ ਮੇਰਾ ਸਦਾ ਟਿਕਾਣਾ ਨਹੀਂ ਹੈ, ਮੈਂ ਇੱਥੇ ਸਦਾ ਥਿਰ ਨਹੀਂ ਰਹਿਣਾ। ਚੰਦ ਘੜੀਆਂ ਨੇ, ਚੰਦ ਪਲ ਨੇ, 2 ਦਿਨ ਨੇ, 4 ਦਿਨ ਨੇ, 2 ਘੰਟੇ ਨੇ, 4 ਘੰਟੇ ਨੇ, 8 ਘੰਟੇ ਨੇ, ਮੈਂ ਸੰਸਾਰ ਤੋਂ ਵਾਪਸ ਚਲੇ ਜਾਣਾ ਹੈ। ਕਹਿੰਦੇ ਕਦੀ ਵੀ ਆਪਣੇ ਹਿਰਦੇ 'ਚੋਂ ਕਠੋਰ ਬਚਨ ਨਹੀਂ ਬੋਲਦਾ। ਇਹ ਜਿਹੜੇ ਬੋਲ ਨੇ ਇਹ ਦੁਸ਼ਮਣ ਬਣਾ ਦਿੰਦੇ ਨੇ, ਅਤੇ ਇਹ ਬੋਲ ਹੀ ਮਿੱਤਰਤਾ ਵਧਾ ਦਿੰਦੇ ਨੇ। ਇਹ ਬੋਲਾਂ ਦੇ ਜੋ ਬੋਲ ਆਪਾਂ ਮੂੰਹ 'ਚੋਂ ਬੋਲਦੇ ਹਾਂ, ਇਹ ਬੋਲ ਹੀ ਦੁਸ਼ਮਣੀ ਪੈ ਜਾਂਦੀ ਹੈ। ਇਹਨਾਂ ਬੋਲਾਂ ਦੇ ਨਾਲ ਹੀ ਮਿੱਤਰਤਾ ਵੱਧ ਜਾਂਦੀ ਹੈ। ਕਹਿੰਦੇ ਇਹ ਗੁਣ ਹੋਣਾ ਇੱਕ ਮਹਿਮਾਨ ਦੇ ਕੋਲ ਜ਼ਰੂਰੀ ਹੈ। ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਇਹ ਗੁਣ ਹੋਣਾ ਜ਼ਰੂਰੀ ਹੈ। ਤੂੰ ਇਹ ਮੁਸਾਫਿਰ ਬਣ ਕੇ ਸੰਸਾਰ 'ਤੇ ਆਇਆ ਹੈ। ਤੀਜੀ ਗੱਲ ਕਰਦੇ ਨੇ, ਕਹਿੰਦੇ ਜਿਹੜੀ ਤੀਜਾ ਨੁਕਤਾ ਹੈ, ਕਿਉਂਕਿ ਉਹ ਦੂਜੀ ਜਗ੍ਹਾ ਜਾਵੇਗਾ ਕਿਸੇ ਦੇ ਕੋਲ, ਉਹਦਾ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਹੋਵੇਗਾ। ਬੰਦਾ ਕਿਤੇ ਰਿਸ਼ਤੇਦਾਰੀ 'ਤੇ ਜਾਵੇ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਾ ਕੇ ਉੱਥੇ ਵੀ ਗਲੇ ਸ਼ਿਕਵੇ ਕਰੇ ਜਾਂ ਗਲਤ ਬੋਲੇ ਰਿਸ਼ਤੇਦਾਰਾਂ ਨੂੰ, ਲੋਕ ਸੁਲਾਉਣਗੇ ਨਹੀਂ ਨਾ ਉਹਨੂੰ, ਕਹਿਣਗੇ ਕਿੱਦਾਂ ਦਾ ਤੁਹਾਡਾ, ਕਿੱਦਾਂ ਦਾ ਜਵਾਈ ਹੈ ਜਿਹਨੂੰ ਬੋਲਣ ਦਾ ਢੰਗ ਨਹੀਂ ਹੈ, ਜਿਹਨੂੰ ਬੋਲਣ ਦਾ ਸਲੀਕਾ ਨਹੀਂ ਹੈ ਦੂਜੇ ਘਰ ਆ ਕੇ। ਕਹਿੰਦੇ ਇਹ ਗੁਣ ਤੇਰੇ ਕੋਲ ਹੋਣਾ ਜ਼ਰੂਰੀ ਹੈ ਕਿ ਤੂੰ ਜਾ ਕੇ ਕਿਸੇ ਦੇ ਨਾਲ ਗਿਲਾ ਸ਼ਿਕਵਾ ਨਾ ਕਰੇ। ਖੁਸ਼ ਰਹਿ ਕੇ ਆਪ ਜ਼ਿੰਦਗੀ ਖੁਸ਼ੀ ਜੀ ਅਤੇ ਦੂਜਿਆਂ ਨੂੰ ਖੁਸ਼ ਦੇ, ਸੁੱਖ ਦੇ। ਆਪ ਜ਼ਿੰਦਗੀ ਸੁਖੀ ਜੀ ਅਤੇ ਦੂਜਿਆਂ ਨੂੰ ਸੁੱਖ ਦੇ। ਕਹਿੰਦੇ ਤੇਰਾ ਇਹ ਸਲੀਕਾ ਹੋਣਾ ਜ਼ਰੂਰੀ ਹੈ ਤੇਰੇ ਕੋਲ। ਅਤੇ ਜਿਹੜੀ ਗੱਲ ਕੀਤੀ ਉਹਨਾਂ ਨੇ ਪੰਜਵੀਂ ਜੁਗਤ ਜਿਹੜੀ ਦੱਸੀ ਹੈ, ਇੱਕ ਰਿਸ਼ਤੇਦਾਰ ਇੱਕ ਮਹਿਮਾਨ ਦੀ, ਬੜਾ ਸੋਹਣਾ ਜ਼ਿਕਰ ਕੀਤਾ ਉਹਦੇ ਵਿੱਚ। ਕਹਿੰਦੇ ਵੇਖ, ਕਹਿੰਦੇ ਜਿਹੜਾ ਹੁੰਦਾ ਨਾ ਚੰਗਾ ਇਨਸਾਨ, ਉਹ ਹਰ ਸਮੇਂ ਆਪਣੇ ਚੰਗੇ ਕੰਮ ਲਈ ਸੁਚੇਤ ਕਰਦਾ ਹੈ। ਜਿਹੜਾ ਚੰਗਾ ਹੋਵੇਗਾ ਨਾ ਉਹ ਦੂਜੀ ਜਗ੍ਹਾ ਵੀ ਜਾਵੇਗਾ। ਮੰਨ ਲਾ ਕਿ ਕੋਈ ਰਿਸ਼ਤੇਦਾਰ ਕਿਸੇ ਦੇ ਘਰ ਗਿਆ, ਉਹ ਜਾ ਕੇ ਉਹਨੂੰ ਸਮਝਾਏਗਾ ਭਰਾਵਾ ਚੰਗਾ ਕੰਮ ਕਰ, ਤੂੰ ਵੀ ਇੱਕ ਜੋਬ ਕਰ, ਤੂੰ ਵੀ ਕੰਮ ਕਰ, ਤੇਰੇ ਘਰ 4 ਪੈਸੇ ਆਉਣ। ਕਹਿੰਦੇ ਤੇਰੇ ਵਿੱਚ ਇਹ ਗੁਣ ਹੋਣਾ ਜ਼ਰੂਰੀ ਹੈ। ਤੂੰ ਜਾ ਕੇ ਕਿਤੇ ਈਰਖਾ ਨਾ ਕਰਨ ਲੱਗ ਪਵੇਂ ਕਿ ਗਵਾਂਢੀ ਮੇਰੇ ਤੋਂ ਵੱਡਾ ਹੋ ਗਿਆ, ਗਵਾਂਢੀ ਕੋ ਕਾਰ ਹੈ, ਘਰ ਬਾਹਰ ਹੈ, ਅਤੇ ਮੈਂ ਗਵਾਂਢੀ ਤੋਂ ਦੇਖ ਸੜਾਂ। ਅੱਜ ਸਾਡੀ ਹਾਲਤ ਇਹ ਹੈ ਨਾ, ਕੋਈ ਰਿਸ਼ਤੇਦਾਰ ਕਾਰ ਲੈ ਆਵੇ, ਆਪਾਂ ਪਤਾ ਕੀ ਕਹਿੰਦੇ ਹਾਂ, ਚਲੋ ਮਾਲਕ ਨੇ ਕਿਰਪਾ ਕੀਤੀ ਏ, ਤੁਹਾਨੂੰ ਲੋੜ ਸੀ ਤੁਸੀਂ ਲੈ ਲਈ। ਪਰ ਨਹੀਂ, ਅੰਦਰੋਂ ਸਾੜਾ ਹੋ ਰਿਹਾ ਹੁੰਦਾ ਕਿ ਇਹ ਰਿਸ਼ਤੇਦਾਰ ਮੇਰੇ ਤੋਂ ਵੱਡਾ ਕਿੱਦਾਂ ਹੋ ਗਿਆ ਕਾਰ ਲੈ ਕੇ। ਕਾਰਨ ਇਹ ਹੈ, ਹੋਰ ਕਾਰਨ ਕੋਈ ਨਹੀਂ ਹੈ। ਕਹਿੰਦੇ ਤੇਰੇ ਕੋਲ ਜ਼ਿੰਦਗੀ ਜਿਉਣ ਦੇ ਇਹ 5 ਸਲੀਕੇ ਹੋਣੇ ਜ਼ਰੂਰੀ ਨੇ। ਤੂੰ ਜੇ ਜ਼ਿੰਦਗੀ ਜਿਉਣਾ ਚਾਹੁੰਦਾ ਹੈ, ਇਹਨਾਂ 5 ਤਰੀਕਿਆਂ ਨੂੰ ਮੁੱਖ ਰੱਖ ਕੇ ਜ਼ਿੰਦਗੀ ਜਿਓ। ਕਹਿੰਦੇ ਸੰਸਾਰ 'ਤੇ ਮੁਸਾਫਿਰ ਨੇ ਸਦਾ ਥਿਰ ਨਹੀਂ ਰਹਿਣਾ। ਇੱਕ ਦਿਨ ਆਇਆ ਇਸ ਸੰਸਾਰ ਤੋਂ ਚਲੇ ਜਾਣਾ ਹੈ, ਪਰ ਜਿੰਨਾ ਚਿਰ ਰਹਿਣਾ ਹੈ ਉਹਨਾਂ ਚਿਰ ਜ਼ਿੰਦਗੀ ਨੂੰ ਜੁਗਤ ਦੇ ਨਾਲ ਜਿਉਂ। ਜੁਗਤ ਦੇ ਨਾਲ ਜਿਉਂ ਕਿ ਜੁਗਤੀ ਕੀ ਕਹਿੰਦੀ ਹੈ ਜ਼ਿੰਦਗੀ ਜਿਉਣ ਦੀ।